ਸਕਰੀਨ ਤੇ ਤੁਸੀਂ ਇੱਕ ਪਤੰਗ ਚਤੁਰਭੁਜ ਦੇਖ ਰਹੇ ਹੋ ਅਤੇ ਇੱਥੇ ਮੈਂ ਸਿੱਧ ਕਰਨਾ ਹੈ ਰੇਖਾਖੰਡ AC ਲੰਬ ਹੈ ਰੇਖਾਖੰਡ BD ਤੇ ਹੁਣ ਇਸ ਨੂੰ ਸਿੱਧ ਕਰਨ ਦੇ ਲਈ ਮੈਂ ਇੱਥੇ ਦਿੱਤੀ ਹੋਈ ਇਨਫੋਰਮੇਸ਼ਨ ਦੀ ਵਰਤੋਂ ਕਰਾਂਗਾ। ਇੱਥੇ ਮੈਨੂੰ ਦਿੱਤਾ ਹੋਇਆ ਹੈ ਕਿ ਇਹ ਭੁਜਾ ਇਸ ਭੁਜਾ ਦੇ ਬਰਾਬਰ ਹੈ ਅਤੇ ਇਹ ਭੁਜਾ ਇਸ ਭੁਜਾ ਦੇ ਬਰਾਬਰ ਹੈ। ਹੁਣ ਅੱਗੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਸ ਨੂੰ ਸਿੱਧ ਕਰਨ ਦੇ ਲਈ ਇੱਥੇ ਸਰਵੰਗਸਮ ਤ੍ਰਿਭੁਜਾਂ ਦੀ ਵਰਤੋਂ ਕਰਾਂਗਾ। ਹੁਣ ਤੁਸੀਂ ਜਾਣਦੇ ਹੀ ਹੋਵੋਗੇ ਕਿ ਦੋ ਤ੍ਰਿਭੁਜਾਂ ਨੂੰ ਸਰਵੰਗਸਮ ਸਿੱਧ ਕਰਨ ਦੀਆਂ ਕੁਝ ਕਸੌਟੀਆਂ ਹੁੰਦੀਆਂ ਹਨ। ਆਓ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਹਾਂ ਕਿ ਉਹ ਕਸੌਟੀਆਂ ਕਿਹੜੀਆਂ ਹਨ। ਪਹਿਲੀ ਕਸੌਟੀ ਹੁੰਦੀ ਹੈ SSS ਭਾਵ ਸਾਈਡ ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਭੁਜਾ। ਜਦੋਂ ਇੱਕ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਦੂਜੀ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਦੇ ਬਰਾਬਰ ਹੋਵੇ ਤਾਂ ਉਹ ਤਿਕੋਣਾ ਸਰਵੰਗਸਮ ਹੁੰਦੀਆਂ ਹਨ। ਇਸ ਤਰ੍ਹਾਂ ਹੀ ਦੂਜੀ ਕਸੌਟੀ ਹੁੰਦੀ ਹੈ SAS ਭਾਵ ਦੋ ਭੁਜਾਵਾਂ ਅਤੇ ਉਹਨਾਂ ਦੇ ਵਿਚਕਾਰਲਾ ਕੋਣ ਜਦੋਂ ਦੂਜੀ ਤ੍ਰਿਭੁਜ ਦੇ ਬਰਾਬਰ ਹੋਵੇ ਤਾਂ ਵੀ ਦੋਨੋਂ ਤਿਕੋਣਾ ਸਰਵੰਗਸਮ ਹੁੰਦੀਆਂ ਹਨ। ਇਸੇ ਤਰ੍ਹਾਂ ਇੱਕ ਕਸੌਟੀ ਹੈ ASA ਭਾਵ ਐਂਗਲ ਸਾਈਡ ਐਂਗਲ ਜਾਂ ਕਹਿ ਲਓ ਕੋਣ ਭੁਜਾ ਕੋਣ। ਇੱਕ ਹੋਰ ਕਸੌਟੀ ਹੈ AAS ਭਾਵ ਐਂਗਲ ਸਾਈਡ। ਇਹਨਾਂ ਕਸੌਟੀਆਂ ਦੀਆਂ ਵਰਤੋਂ ਕਰਕੇ ਅਸੀਂ ਦੋ ਤ੍ਰਿਭੁਜਾਂ ਨੂੰ ਸਰਵੰਗਸਮ ਸਿੱਧ ਕਰ ਦਿੰਦੇ ਹਾਂ। ਹੁਣ ਅੱਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਕਿ ਜਦੋਂ ਅਸੀਂ ਕੁਝ ਸਿੱਧ ਕਰਨਾ ਹੁੰਦਾ ਹੈ ਤਾਂ ਉਸ ਦੇ ਲਈ ਅਸੀਂ ਕੁਝ ਕਥਨ ਲਿਖਦੇ ਹਾਂ ਅਤੇ ਫਿਰ ਉਹਨਾਂ ਕਥਨਾਂ ਦੇ ਕਾਰਨ ਲਿਖਦੇ ਹਾਂ। ਤਾਂ ਇੱਥੇ ਮੈਂ ਦੋ ਕਾਲਮ ਬਣਾ ਲੈਂਦਾ ਹਾਂ। ਬਣਾਉਂਦਾ ਹਾਂ ਇਸ ਤਰ੍ਹਾਂ ਦੋ ਕਾਲਮ। ਇੱਕ ਦੇ ਵਿੱਚ ਮੈਂ ਕਥਨ ਲਿਖਾਂਗਾ ਤੇ ਦੂਜੇ ਦੇ ਵਿੱਚ ਇਸ ਕਥਨ ਦੇ ਕਾਰਨ ਲਿਖਾਂਗਾ ਤਾਂ ਕਿ ਤੁਹਾਨੂੰ ਸਾਰਾ ਕੁਝ ਸਪਸ਼ਟ ਹੋ ਜਾਵੇ। ਹੁਣ ਅੱਗੇ ਸ਼ੁਰੂ ਕਰਨ ਦੇ ਲਈ ਅਸੀਂ ਦੋ ਤਿਕੋਣਾ ਲੈਂਦੇ ਹਾਂ। ਪਹਿਲੀ ਤਿਕੋਣ ਲੈਂਦੇ ਹਾਂ CDA ਜੋ ਇਹ ਵੱਡੀ ਤਿਕੋਣ ਖੱਬੇ ਪਾਸੇ ਬਣੀ ਹੋਈ ਹੈ ਅਤੇ ਦੂਜੀ ਤਿਕੋਣ CBA ਜੋ ਇਹ ਵੱਡੀ ਤਿਕੋਣ ਸੱਜੇ ਪਾਸੇ ਲਈ ਹੋਈ ਹੈ। ਹੁਣ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਤਿਕੋਣਾ ਸਰਵੰਗਸਮ ਹਨ ਜਾਂ ਨਹੀਂ। ਜੇ ਹੈ ਤਾਂ ਕਿਸ ਕਸੌਟੀ ਦੇ ਕਾਰਨ ਹਨ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਇਸ ਤਿਕੋਣ ਦੀ ਇਹ ਭੁਜਾ CD ਦੂਜੀ ਤਿਕੋਣ ਦੀ ਭੁਜਾ CB ਦੇ ਬਰਾਬਰ ਹੈ ਜੋ ਸਾਨੂੰ ਦਿੱਤਾ ਹੋਇਆ ਹੈ। ਤਾਂ ਇੱਥੇ ਅਸੀਂ ਲਿਖਦੇ ਹਾਂ ਕਿ CD ਬਰਾਬਰ ਹੈ CB ਜੋ ਸਾਨੂੰ ਦਿੱਤਾ ਹੈ। ਹੁਣ ਅੱਗੇ ਇਸ ਤ੍ਰਿਭੁਜ ਦੀ ਇਹ ਭੁਜਾ ਭਾਵ DA ਇਹ ਬਰਾਬਰ ਹੈ BA ਦੇ ਬਰਾਬਰ ਹੈ। ਤਾਂ ਸਾਡੇ ਕੋਲ DA ਬਰਾਬਰ ਹੈ BA ਇਹ ਵੀ ਸਾਨੂੰ ਦਿੱਤਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨਾਂ ਤਿਕੋਣਾਂ ਦੀ ਇਹ ਭੁਜਾ ਜੋ ਕਿ CA ਹੈ ਇਹ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ। ਤਾਂ ਇਸ ਤੋਂ ਭਾਵ ਇਹ ਹੋਇਆ ਕਿ CA ਬਰਾਬਰ ਹੈ CA ਇਹ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ। ਹੁਣ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ SSS ਸਰਵੰਗਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗਸਮ ਹਨ। ਤਾਂ ਇਸ ਤੋਂ ਭਾਵ ਹੋਇਆ ਕਿ ਤਿਕੋਣ CDA ਇਹ ਸਰਵੰਗਸਮ ਹੈ। ਦੂਜੀ ਤਿਕੋਣ ਹੈ ਸਾਡੇ ਕੋਲ CBA। ਹੁਣ ਇੱਥੇ ਅਸੀਂ ਇਸ ਦਾ ਕਾਰਨ ਲਿਖ ਲੈਂਦੇ ਹਾਂ। ਇਹ ਹੈ SSS ਸਰਵੰਗਸਮਤਾ ਕਸੌਟੀ ਜੋ ਕਿ ਸਾਨੂੰ ਕਥਨ 1, 2 ਅਤੇ 3 ਤੋਂ ਪਤਾ ਲੱਗਿਆ ਹੈ। ਹੁਣ ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾ ਸਰਵੰਗਸਮ ਹੁੰਦੀਆਂ ਹਨ ਤਾਂ ਉਹਨਾਂ ਦੇ ਸੰਗਤ ਕੋਣ ਬਰਾਬਰ ਹੁੰਦੇ ਹਨ। ਇਸ ਤੋਂ ਭਾਵ ਇਹ ਹੋਇਆ ਕਿ ਇਸ ਤਿਕੋਣ ਦਾ ਇਹ ਕੋਣ ਅਤੇ ਇਸ ਤਿਕੋਣ ਦਾ ਇਹ ਕੋਣ ਇਹਨਾਂ ਦੋਨਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੋਏਗਾ। ਤਾਂ ਨੰਬਰ 5 ਤੇ ਅਸੀਂ ਲਿਖਦੇ ਹਾਂ ਇਹ ਕੋਣ ਹੈ ਕੋਣ DCE ਇਸ ਦਾ ਜੋ ਮਾਪ ਹੈ ਇੱਥੇ ਅਸੀਂ ਮਾਪ ਲਿਖ ਲੈਂਦੇ ਹਾਂ ਮੇਜ਼ਰ ਮਾਪ ਹੈ ਉਹ ਬਰਾਬਰ ਹੈ ਦੂਜੇ ਕੋਣ ਦੇ ਮਾਪ। ਦੂਜਾ ਕੋਣ ਹੈ BCE ਇਹਨਾਂ ਦੋਨਾਂ ਕੋਣਾਂ ਦਾ ਮਾਪ ਬਰਾਬਰ ਹੈ ਜੋ ਕਿ ਸਾਨੂੰ ਕਥਨ ਨੰਬਰ 4 ਤੋਂ ਪਤਾ ਲੱਗਦਾ ਹੈ ਦੋਨੇ ਤਿਕੋਣਾ ਸਰਵੰਗਸਮ ਹਨ ਅਤੇ ਇਸ ਦਾ ਕਾਰਨ ਹੈ CPCT ਤੋਂ ਭਾਵ ਸਰਵੰਗਸਮ ਤਿਕੋਣਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ। CPCT ਭਾਵ ਕੋਰਸਪੋਂਡੈਂਸ ਪਾਰਟ ਆਫ ਕੰਗਰੂਐਂਟ ਟ੍ਰਾਇੰਗਲਸ। ਹੁਣ ਅੱਗੇ ਅਸੀਂ ਇਹ ਉੱਪਰ ਵਾਲੀਆਂ ਦੋ ਤਿਕੋਣਾਂ ਲੈਂਦੇ ਹਾਂ। ਇੱਕ ਤਿਕੋਣ ਹੈ ਤਿਕੋਣ CDE
ਅਤੇ ਦੂਜੀ ਤਿਕੋਣ ਹੈ ਤਿਕੋਣ CBE। ਹੁਣ ਇਸ ਨੂੰ ਧਿਆਨ ਨਾਲ ਦੇਖੋ, ਇਸ ਦੀ ਇਹ ਭੁਜਾ ਇਸ ਭੁਜਾ ਦੇ ਬਰਾਬਰ ਹੈ, ਇਹ ਕੋਣ ਇਸ ਕੋਣ ਦੇ ਬਰਾਬਰ ਹੈ ਅਤੇ ਇੱਥੇ ਜੋ ਵਿਚਕਾਰਲੀ ਭੁਜਾ ਹੈ CE ਹੈ, ਇਹ ਦੋਨਾਂ ਹੀ ਤਿਕੋਣਾਂ ਦੀ ਸਾਂਝੀ ਭੁਜਾ ਹੈ। ਹੁਣ ਇੱਥੇ ਅਸੀਂ ਨੰਬਰ 6 ਤੇ ਲਿਖਦੇ ਹਾਂ ਕਿ ਜੋ ਭੁਜਾ CE ਹੈ, CE ਇਹ ਬਰਾਬਰ ਹੈ CE, ਇਹ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ। ਤਾਂ ਇੱਥੇ ਅਸੀਂ ਲਿਖ ਲੈਂਦੇ ਹਾਂ ਕਾਰਨ ਇਸ ਦਾ ਕਿ ਇਹ ਸਾਂਝੀ ਭੁਜਾ ਹੈ, ਸਾਂਝੀ ਭੁਜਾ ਹੈ। ਹੁਣ ਜੇਕਰ ਇੱਥੇ ਮੈਂ ਇਸ ਨੂੰ ਕਲਰ ਕਰ ਦਿੰਦਾ, ਇਹ ਸਾਂਝੀ ਭੁਜਾ ਹੈ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ SAS ਨਿਯਮ ਦੇ ਅਨੁਸਾਰ, SAS ਨਿਯਮ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਇਹ ਭੁਜਾ ਇਸ ਦੇ ਬਰਾਬਰ ਹੈ, ਵਿਚਕਾਰ ਵਾਲਾ ਕੋਣ ਬਰਾਬਰ ਹੈ ਅਤੇ ਇਹ ਭੁਜਾ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ, ਦੋਨਾਂ ਦੀ ਲੰਬਾਈ ਬਰਾਬਰ ਹੈ। ਤਾਂ ਇੱਥੇ ਅਸੀਂ ਲਿਖਦੇ ਹਾਂ ਕਿ ਤਿਕੋਣ DCE, ਤਿਕੋਣ DCE ਇਹ ਸਰਵੰਗ ਸਮ ਹੈ ਤਿਕੋਣ CBE, ਤਿਕੋਣ CBE। ਤੇ ਇੱਥੇ ਇਸ ਦਾ ਕਾਰਨ ਲਿਖ ਲੈਂਦੇ ਹਾਂ, ਇੱਥੇ ਇਸ ਦਾ ਕਾਰਨ ਹੈ SAS ਸਰਵੰਗ ਸਮਤਾ ਕਸੌਟੀ, ਜੋ ਕਿ ਸਾਨੂੰ ਪਤਾ ਲੱਗੀ ਹੈ ਕਥਨ ਨੰਬਰ 1 ਤੋਂ, ਕਥਨ ਨੰਬਰ 5 ਤੋਂ ਅਤੇ ਕਥਨ ਨੰਬਰ 6 ਤੋਂ। ਹੁਣ ਅੱਗੇ ਅਸੀਂ ਫਿਰ ਪਹਿਲਾਂ ਵਾਂਗ ਹੀ ਜਾਣਦੇ ਹਾਂ ਕਿ ਜੇਕਰ ਦੋ ਤਿਕੋਣਾ ਸਰਵੰਗ ਸਮ ਹੋਣ ਤਾਂ ਉਹਨਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ। ਤਾਂ ਇੱਥੇ ਇਸ ਦਾ ਇਹ ਕੋਣ CED ਇਹ ਬਰਾਬਰ ਹੋਏਗਾ ਇਸ ਕੋਣ ਦੇ ਕੋਣ CEB ਦੇ। ਤਾਂ ਇੱਥੇ ਅਸੀਂ ਲਿਖਦੇ ਹਾਂ ਕਿ ਇੱਥੇ ਕੋਣ CED ਦਾ ਮਾਪ ਬਰਾਬਰ ਹੈ ਕੋਣ CEB ਦੇ ਮਾਪ ਦੇ। ਦੋਨਾਂ ਦਾ ਮਾਪ ਆਪਸ 'ਚ ਬਰਾਬਰ ਹੈ। ਤੇ ਇੱਥੇ ਵੀ ਕਾਰਨ ਲਿਖ ਲੈਂਦੇ ਹਾਂ, ਕਾਰਨ ਹੈਗਾ ਇਸ ਦਾ ਕਾਰਨ ਨੰਬਰ 7, ਕਿਉਂਕਿ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤੇ ਨਾਲ ਲਿਖ ਲੈਂਦੇ ਹਾਂ CPCT, ਭਾਵ ਸਰਵੰਗ ਸਮ ਤਿਕੋਣਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ। ਹੁਣ ਅੱਗੇ ਅਸੀਂ ਦੇਖਦੇ ਹਾਂ ਇਹ ਦੋਨੋਂ ਕੋਣ ਆਪਸ 'ਚ ਬਰਾਬਰ ਵੀ ਹਨ ਅਤੇ ਦੋਨੋਂ ਕੋਣ ਸੰਪੂਰਕ ਕੋਣ ਵੀ ਹਨ। ਕਿਉਂਕਿ ਦੋਨੋਂ ਹੀ ਕੋਣ ਇਸ ਰੇਖਾ ਦੇ ਉੱਪਰ ਬਣੇ ਹੋਏ ਹਨ, ਭਾਵ ਰੇਖੀ ਜੋੜਾ ਹੈ, ਆਪਸ 'ਚ ਬਰਾਬਰ ਵੀ ਹਨ, ਇਸ ਲਈ ਇਹ ਦੋਨੋਂ ਹੀ ਸੰਪੂਰਕ ਕੋਣ ਹਨ। ਹੁਣ ਜੇਕਰ ਇਹ ਦੋਨੋਂ ਹੀ ਸੰਪੂਰਕ ਕੋਣ ਹਨ ਅਤੇ ਬਰਾਬਰ ਹਨ ਤਾਂ ਇਹ ਦੋਨੋਂ ਹੀ ਕੋਣ 90-90 ਡਿਗਰੀ ਦੇ ਹੋਣਗੇ। ਆਓ ਇਸ ਨੂੰ ਅੱਗੇ ਕਥਨ ਦੇ ਰੂਪ 'ਚ ਲਿਖਦੇ ਹਾਂ। ਇਸ ਨੂੰ ਥੋੜ੍ਹਾ ਜਿਹਾ ਅੱਗੇ ਕਰ ਲੈਂਦੇ ਹਾਂ, ਇੱਥੇ ਇਸ ਲਾਈਨ ਨੂੰ ਅੱਗੇ ਵਧਾਉਂਦੇ ਹਾਂ। ਹੁਣ ਅੱਗੇ ਸਾਨੂੰ ਪਤਾ ਹੈ ਕਿ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ, ਭਾਵ ਕੋਣ CED ਅਤੇ ਕੋਣ CEB ਦੋਨੋਂ ਹੀ ਸੰਪੂਰਕ ਕੋਣ ਹਨ। ਸੰਪੂਰਕ ਕੋਣ ਤੋਂ ਭਾਵ ਕਿ ਇਹਨਾਂ ਦੋਨਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੈ। ਹੁਣ ਇਸ ਦਾ ਇੱਥੇ ਕਾਰਨ ਲਿਖ ਲੈਂਦੇ ਹਾਂ। ਇਹ ਸੰਪੂਰਕ ਕੋਣ ਇਸ ਕਰਕੇ ਹਨ ਕਿਉਂਕਿ ਦੋਨੋਂ ਹੀ ਰੇਖੀ ਜੋੜਾ ਹਨ, ਭਾਵ ਦੋਨੋਂ ਹੀ ਮਿਲ ਕੇ ਰੇਖਾ ਬਣਾਉਂਦੇ ਹਨ, ਇਸ ਕਰਕੇ ਦੋਨੋਂ ਹੀ ਸੰਪੂਰਕ ਕੋਣ ਹਨ, ਰੇਖੀ ਜੋੜਾ ਹਨ। ਹੁਣ ਜੇਕਰ ਇਹ ਦੋਨੋਂ ਹੀ ਸੰਪੂਰਕ ਕੋਣ ਹਨ ਤਾਂ ਅਸੀਂ ਲਿਖਾਂਗੇ ਕਿ ਇਹਨਾਂ ਦੋਨਾਂ ਦੇ ਮਾਪ ਦਾ ਜੋੜ ਕੋਣ CED ਜਮਾ ਕੋਣ CEB, ਇਹਨਾਂ ਦੋਨਾਂ ਦਾ ਮਾਪ ਦਾ ਜੋੜ ਹੋਏਗਾ 180 ਡਿਗਰੀ। ਹੁਣ ਇਸ ਦਾ ਕਾਰਨ ਹੈ ਕਥਨ ਨੰਬਰ 9। ਅਤੇ ਅੱਗੇ ਸਾਨੂੰ ਪਤਾ ਹੈ ਕਿ ਦੋਨੋਂ ਹੀ ਕੋਣ ਆਪਸ 'ਚ ਬਰਾਬਰ ਵੀ ਹਨ, ਤਾਂ ਇਸ ਲਈ ਅਸੀਂ ਇਸ ਕੋਣ ਦੀ ਥਾਂ ਤੇ ਇਸ ਕੋਣ ਨੂੰ ਵੀ ਲਿਖ ਸਕਦੇ ਹਾਂ। ਕਿਉਂਕਿ ਦੋਨੋਂ ਹੀ ਕੋਣ ਆਪਸ 'ਚ ਬਰਾਬਰ ਹਨ ਤਾਂ ਅਗਲਾ ਸਾਡੇ ਕੋਲ ਕਥਨ ਬਣ ਜਾਂਦਾ ਹੈ, ਇਹ ਕੋਣ ਨੂੰ ਅਸੀਂ ਇੱਦਾਂ ਹੀ ਲਿਖ ਲੈਂਦੇ ਹਾਂ ਕਿ ਕੋਣ CED ਜਮਾ ਕੋਣ। ਹੁਣ ਇਸ ਕੋਣ ਦੀ ਥਾਂ ਤੇ ਫਿਰ ਅਸੀਂ ਲਿਖ ਲੈਂਦੇ ਹਾਂ ਕੋਣ CED, ਕਿਉਂਕਿ ਦੋਨੋਂ ਹੀ ਕੋਣ ਆਪਸ 'ਚ ਬਰਾਬਰ ਹਨ। ਤਾਂ ਇੱਥੇ ਕੋਣ CED ਦੋਨਾਂ ਦਾ ਜੋੜ ਹੋ ਗਿਆ 180 ਡਿਗਰੀ ਦੇ ਬਰਾਬਰ। ਤਾਂ ਹੁਣ ਇਸ ਦਾ ਥੋੜ੍ਹਾ ਕਾਰਨ ਲਿਖ ਲੈਂਦੇ ਹਾਂ। ਕਾਰਨ ਹੈਗਾ ਇਸ ਦਾ ਇੱਕ ਕਥਨ ਨੰਬਰ 9 ਤੇ ਕਥਨ ਨੰਬਰ 8 ਇਸ ਦਾ ਕਾਰਨ ਹਨ। ਹੁਣ ਅੱਗੇ ਅਸੀਂ ਦੇਖਦੇ ਹਾਂ ਕਿ ਦੋਨੇ ਹੀ ਕੋਣ ਬਰਾਬਰ ਹਨ ਅਤੇ ਦੋਨਾਂ ਦਾ ਜੋੜ 180 ਡਿਗਰੀ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਇਸ ਇੱਕ ਕੋਣ ਦਾ ਮਾਪ CED ਇਹ ਬਰਾਬਰ ਹੋਏਗਾ 90 ਡਿਗਰੀ ਦੇ। ਹੁਣ ਅੱਗੇ CED ਕੋਣ ਬਰਾਬਰ ਹੈ ਕੋਣ CEB ਦੇ, ਇਸ ਦਾ ਮਤਲਬ ਇਹਨਾਂ ਦੋਨਾਂ ਹੀ ਕੋਣਾਂ ਦਾ ਮਾਪ 90-90 ਡਿਗਰੀ ਦੇ ਬਰਾਬਰ ਹੋ ਗਿਆ। ਆਓ ਹੁਣ ਦੇਖਦੇ ਹਾਂ ਕਿ ਇਹ ਕੋਣ ਕਿਹੜੇ ਹਨ, ਕੋਣ CED ਅਤੇ ਕੋਣ CEB। ਆਓ ਹੁਣ ਇਸ ਨੂੰ ਦੇਖਦੇ ਹਾਂ। ਹੁਣ ਇੱਥੇ ਦੇਖੋ
ਕੋਣ CEB ਇਹ ਕੋਣ ਹੈ ਜੋ ਕਿ 90 ਡਿਗਰੀ ਦਾ ਹੈ। ਹੁਣ ਅਸੀਂ ਇਸ ਨੂੰ ਇੱਥੇ 90 ਡਿਗਰੀ ਦਾ ਨਿਸ਼ਾਨ ਬਣਾ ਦਿੰਦੇ ਹਾਂ। ਇਹ ਕੋਣ 90 ਡਿਗਰੀ ਦਾ ਹੈ ਅਤੇ ਕੋਣ CEB ਇਹ ਕੋਣ ਵੀ 90 ਡਿਗਰੀ ਦਾ ਹੈ। ਹੁਣ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਰੇਖਾਖੰਡ AC ਅਤੇ ਰੇਖਾਖੰਡ BD ਇਹ ਦੋਨੋਂ ਹੀ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹਨ। ਤੇ ਜਦੋਂ ਦੋਨੇ ਹੀ ਕੋਣ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹੋਣ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਦੋਨੋਂ ਹੀ ਰੇਖਾਖੰਡ ਇੱਕ ਦੂਜੇ ਤੇ ਲੰਬ ਹਨ। ਹੁਣ ਇੱਥੇ ਅਸੀਂ ਇਹੀ ਸਿੱਧ ਕਰਨਾ ਸੀ ਕਿ ਰੇਖਾਖੰਡ AC ਅਤੇ ਰੇਖਾਖੰਡ BD ਇਹ ਦੋਨੋਂ ਹੀ ਇੱਕ ਦੂਜੇ ਤੇ ਲੰਬ ਹਨ, ਜੋ ਕਿ ਅਸੀਂ ਸਿੱਧ ਕਰ ਦਿੱਤਾ ਹੈ। ਤਾਂ ਹੁਣ ਅਸੀਂ ਇੱਥੋਂ ਲਿਖ ਸਕਦੇ ਹਾਂ, ਅਸੀਂ ਲਾਸਟ ਦੇ ਵਿੱਚ ਆਪਣਾ ਲਿਖਾਂਗੇ, ਲਾਈਨ ਲਿਖਾਂਗੇ ਇੱਥੇ ਆਪਣਾ 13 ਨੰਬਰ ਤੇ ਲਿਖਾਂਗੇ, ਇੱਥੇ ਅਸੀਂ 13 ਨੰਬਰ ਤੇ ਲਿਖਾਂਗੇ ਕਿ ਰੇਖਾਖੰਡ AC ਲੰਬ ਹੈ ਰੇਖਾਖੰਡ BD ਤੇ, ਜੋ ਕਿ ਅਸੀਂ ਸਿੱਧ ਕਰਨਾ ਸੀ। ਹੁਣ ਇੱਥੇ ਅਸੀਂ ਇਹੀ ਸਿੱਧ ਕਰਨਾ ਸੀ ਕਿ ਦੋਨੋਂ ਰੇਖਾਖੰਡ ਆਪਸ ਵਿੱਚ ਲੰਬ ਹਨ। ਹੁਣ ਇਹ ਰੇਖਾਖੰਡ ਇਸ ਪਤੰਗ ਚਤੁਰਭੁਜ ਦੇ ਵਿਕਰਨ ਹਨ, ਜੋ ਕਿ ਅਸੀਂ ਸਿੱਧ ਕਰ ਦਿੱਤਾ ਹੈ ਕਿ ਪਤੰਗ ਚਤੁਰਭੁਜ ਦੇ ਦੋਨੋਂ ਵਿਕਰਨ ਆਪਸ ਦੇ ਵਿੱਚ ਲੰਬ ਹੁੰਦੇ ਹਨ।